हेलो फ्रेंड्स। हाँ जी, गुड मॉर्निंग क्लास। तो सैशन 6 शुरू करते हैं जी। लॉजिकल ਅਤੇ ਲੁੱਕਅਪ ਫੰਕਸ਼ਨ ਦੇ ਨਾਲ ਡਾਟਾ ਦਾ ਵਿਸ਼ਲੇਸ਼ਣ ਕਰਨਾ ਮੇਰਾ ਪਰਸਨਲ ਫੇਵਰਿਟ ਸੈਸ਼ਨ ਹੈ, ਕਿਉਂਕਿ ਇਸ ਦੇ ਵਿੱਚ ਜਿਹੜੇ ਫੰਕਸ਼ਨ ਹੈ ਉਹ ਕਾਫੀ ਕੰਮ ਆਉਣ ਵਾਲੇ ਫੰਕਸ਼ਨ ਹੈ ਜੀ। ਜਿਹੜੇ ਲੁੱਕਅਪ ਫੰਕਸ਼ਨ ਹੈ, ਲੌਜੀਕਲ ਫੰਕਸ਼ਨ ਹੈ, ਬਹੁਤ ਜ਼ਿਆਦਾ ਕੰਮ ਆਉਣਗੇ ਆਪਣੇ। ਤਾਂ ਸ਼ੁਰੂ ਕਰਦੇ ਹਾਂ ਜੀ ਸੈਸ਼ਨ ਦੇ ਨਾਲ ਤੇ ਦੇਖਦੇ ਹਾਂ ਇਹਦੇ ਵਿੱਚੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲੇਗਾ। ਤਾਂ ਲੌਜੀਕਲ ਜਾਂ ਲੁੱਕਅਪ ਫੰਕਸ਼ਨ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਆਪਾਂ ਨੂੰ ਬਹੁਤ ਜ਼ਿਆਦਾ ਕੰਪਲੈਕਸ ਕੈਲਕੂਲੇਸ਼ਨਸ ਕਰਨੀਆਂ ਹੋਣ, ਮਤਲਬ ਟਫ ਚੀਜ਼ਾਂ ਦੇ ਵਿੱਚੋਂ ਜਦੋਂ ਡਾਟਾ ਲੱਭਣਾ ਹੋਵੇ, ਕੈਲਕੂਲੇਸ਼ਨ ਕਰਨੀ ਹੋਵੇ, ਤਾਂ ਉਦੋਂ ਅਸੀਂ ਲੌਜੀਕਲ ਜਾਂ ਲੁੱਕਅਪ ਫੰਕਸ਼ਨ ਯੂਜ਼ ਕਰਦੇ ਹਾਂ। ਲੌਜੀਕਲ ਫੰਕਸ਼ਨ ਆਪਣੇ ਕੋਲ 7 ਹੁੰਦੇ ਨੇ, ਉਹ ਆਪਾਂ ਅੱਗੇ ਦੇਖਦੇ ਹਾਂ। ਤੇ ਜੋ ਲੁੱਕਅਪ ਫੰਕਸ਼ਨ ਉਹ ਆਪਣੇ ਕੋਲ 2 ਹੈ, ਵੀ ਲੁੱਕਅਪ ਐਂਡ ਐਚ ਲੁੱਕਅਪ। ਤਾਂ ਦੋਵੇਂ ਫੰਕਸ਼ਨ ਕਾਫੀ ਇਫੈਕਟਿਵ ਹੈ। ਵੀ ਲੁੱਕਅਪ ਐਂਡ ਐਚ ਲੁੱਕਅਪ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਪੂਰੇ ਟੇਬਲ ਦੇ ਵਿੱਚੋਂ ਡਾਟਾ ਲੱਭਣਾ ਹੋਵੇ ਤੇ ਉਸ ਦੇ ਵਿੱਚੋਂ ਇੱਕ ਵੈਲਿਊ ਆਪਾਂ ਫੈਚ ਕਰਨੀ ਹੋਵੇ, ਮਤਲਬ ਇੱਕ ਵੈਲਿਊ ਲੈਣੀ ਹੋਵੇ। ਤਾਂ ਸ਼ੁਰੂ ਕਰਦੇ ਹਾਂ ਜੀ, ਦੇਖਦੇ ਹਾਂ। ਤੇ ਇਸ ਦੇ ਦੋ ਲਾਭ ਹਨ ਆਪਾਂ ਨੂੰ। ਇਹ ਡਾਟਾ ਐਂਟਰੀ ਦੀਆਂ ਗਲਤੀਆਂ ਤੋਂ ਬਚਣ ਵਿੱਚ ਮਦਦ ਕਰਦਾ ਹੈ, ਮਤਲਬ ਜੋ ਵੀ ਡਾਟਾ ਐਂਟਰ ਕਰਦੇ ਹਾਂ ਉਸ ਦੇ ਵਿੱਚੋਂ ਗਲਤੀਆਂ ਨਾ ਹੋਣ ਤਾਂ ਉਸ ਦੇ ਲਈ ਵੀ ਮਦਦ ਕਰੇਗਾ। ਉਸ ਤੋਂ ਬਾਅਦ ਲੌਜੀਕਲ ਫੰਕਸ਼ਨ ਪੜ੍ਹ ਲੈਂਦੇ ਹਾਂ ਜਲਦੀ ਤੋਂ। ਲੌਜੀਕਲ ਫੰਕਸ਼ਨ ਆਪਣੇ ਕੋਲ 7 ਹੁੰਦੇ ਨੇ ਜੀ। 1 ਬਾਏ 1 ਉਹਨਾਂ ਫੰਕਸ਼ਨਸ ਨੂੰ ਪਹਿਲਾਂ ਦੇਖਾਂਗੇ। ਤਾਂ ਇਹਨਾਂ ਨੇ ਦੱਸਿਆ ਕਿ ਆਪਾਂ ਫਾਰਮੂਲਾ ਟੈਬ ਦੇ ਵਿੱਚ ਫੰਕਸ਼ਨ ਲਾਇਬ੍ਰੇਰੀ ਗਰੁੱਪ ਦੇ ਵਿੱਚ ਜਾਣਾ ਹੈ, ਤੇ ਜਿਸ ਦੇ ਵਿੱਚੋਂ ਲੌਜੀਕਲ ਡ੍ਰੌਪ ਡਾਊਨ ਦੇ ਵਿੱਚੋਂ ਜੋ ਇਹ ਦਿੱਤਾ ਹੋਇਆ ਇਸ ਦੇ ਵਿੱਚੋਂ ਅਸੀਂ ਲੌਜੀਕਲ ਫੰਕਸ਼ਨ ਦੇਖ ਸਕਦੇ ਹਾਂ। ਲੌਜੀਕਲ ਫੰਕਸ਼ਨ ਦੀ ਵਰਤੋਂ ਸਹੀ ਗਲਤ ਟਰੂ ਫਾਲਸ ਕੀਮਤ ਪ੍ਰਾਪਤ ਕਰਨ ਦੇ ਲਈ ਹੁੰਦੀ ਹੈ। ਬਿਲਕੁਲ ਜੀ, ਜੋ ਲੌਜੀਕਲ ਫੰਕਸ਼ਨ ਹੈ ਜਾਂ ਟਰੂ ਵੈਲਿਊ ਦੇਗਾ ਜਾਂ ਫਾਲਸ ਵੈਲਿਊ ਦੇਗਾ, ਇਹ ਬੜੇ ਕੰਮ ਆਉਣ ਵਾਲੇ ਫੰਕਸ਼ਨ ਹੈ ਜੀ। ਤੇ ਦੇਖਦੇ ਹਾਂ ਅੱਗੇ। ਲੌਜੀਕਲ ਫੰਕਸ਼ਨ ਦੋ ਕੀਮਤਾਂ ਦੇਗਾ ਨਤੀਜੇ ਵਜੋਂ, ਜਾਂ ਟਰੂ ਹੋਏਗੀ ਜਾਂ ਫਾਲਸ। ਆਪਣੇ ਕੋਲ ਕੁਝ ਲੌਜੀਕਲ ਆਪਰੇਟਰ ਹੈ ਜਿਵੇਂ ਇਕੁਅਲਸ ਟੂ, ਲੈਸ ਦੈਨ, ਗ੍ਰੇਟਰ ਦੈਨ, ਲੈਸ ਦੈਨ ਇਕੁਅਲਸ ਟੂ, ਗ੍ਰੇਟਰ ਦੈਨ ਇਕੁਅਲਸ ਟੂ ਤੇ ਨਾਟ ਇਕੁਅਲਸ ਟੂ। ਤੇ ਲੌਜੀਕਲ ਫੰਕਸ਼ਨ ਐਂਡ, ਟਰੂ, ਫਾਲਸ, ਇਫ, ਨਾਟ ਔਰ ਇਫ ਐਰਰ, ਇਹਨਾਂ ਸਾਰਿਆਂ ਨੂੰ 1 ਬਾਏ 1 ਕਰਾਂਗੇ ਪ੍ਰੈਕਟੀਕਲੀ। ਤੇ ਉਸ ਤੋਂ ਬਾਅਦ ਆਪਾਂ ਲੁੱਕਅਪ ਫੰਕਸ਼ਨ ਦੇਖਾਂਗੇ ਤੇ ਉਸ ਨੂੰ ਚੈੱਕ ਕਰਾਂਗੇ ਕਿਵੇਂ ਵਰਕ ਕਰਦਾ ਹੈ ਪ੍ਰੈਕਟੀਕਲ ਸੈਸ਼ਨਸ ਦੇ ਨਾਲ। ਤਾਂ ਸਭ ਤੋਂ ਪਹਿਲਾਂ ਆਪਾਂ ਐਂਡ ਫੰਕਸ਼ਨ ਦੇਖਦੇ ਹਾਂ। ਐਂਡ ਫੰਕਸ਼ਨ ਕਿਵੇਂ ਕੰਮ ਕਰੇਗਾ, ਜਿਸ ਦੇ ਵਿੱਚ ਆਪਾਂ ਨੂੰ ਦੋ ਕੀਮਤਾਂ ਦੱਸਣੀਆਂ ਪੈਣਗੀਆਂ, ਕਿਉਂਕਿ ਐਂਡ ਦਾ ਮਤਲਬ ਅਤੇ ਹੁੰਦਾ। ਤੇ ਇਸ ਨੂੰ ਪ੍ਰੈਕਟੀਕਲੀ ਮੈਂ ਸਮਝਾਉਣਾ ਚਾਹੁੰਦਾ, ਜ਼ਿਆਦਾ ਬੈਟਰ ਸਮਝ ਆਏਗਾ। ਤਾਂ ਮੂਵ ਕਰਦੇ ਹਾਂ ਜੀ ਪ੍ਰੈਕਟੀਕਲ ਦੇ ਉੱਪਰ। ਜਿਵੇਂ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਕਿੱਥੇ ਹੁੰਦਾ ਆਪਣਾ ਲੌਜੀਕਲ ਫੰਕਸ਼ਨ। ਫਾਰਮੂਲਾ ਟੈਬ ਦੇ ਵਿੱਚ ਜਾਣਾ ਜੀ ਅਸੀਂ। ਫਾਰਮੂਲਾ ਟੈਬ ਦੇ ਵਿੱਚ ਫੰਕਸ਼ਨ ਲਾਇਬ੍ਰੇਰੀ, ਇਸ ਦੇ ਵਿੱਚ ਆਪਣੇ ਕੋਲ ਲੌਜੀਕਲ ਦਿੱਤਾ ਹੋਇਆ ਤੇ ਇਸ ਦੇ ਵਿੱਚ ਆਪਣੇ 7 ਫੰਕਸ਼ਨ ਹੈ ਆਪਣੇ, ਜੋ ਆਪਾਂ ਯੂਜ਼ ਕਰ ਸਕਦੇ ਹਾਂ। ਤਾਂ ਮੂਵ ਕਰਦੇ ਹਾਂ ਜੀ ਪ੍ਰੈਕਟੀਕਲ ਦੇ ਉੱਪਰ ਤੇ ਚੈੱਕ ਕਰਦੇ ਹਾਂ ਕਿਵੇਂ ਕੰਮ ਕਰੇਗਾ। ਫਸਟ ਆਫ ਆਲ ਮੈਂ ਇਸ ਦੇ ਵਿੱਚ ਕੋਈ ਵੈਲਿਊ ਐਂਟਰ ਕਰ ਲੈਣਾ, ਜਿਵੇਂ ਮੰਨ ਲਓ 5 ਐਂਡ ਇੱਕ ਡੀ ਸੈੱਲ ਦੇ ਵਿੱਚ ਐਂਟਰ ਕਰ ਲੈਣਾ, D2 ਦੇ ਵਿੱਚ। ਇਸ ਦੇ ਵਿੱਚ ਮੈਂ 10 ਐਂਟਰ ਕਰ ਲੈਣਾ। ਹੁਣ ਮੈਂ ਫਾਰਮੂਲਾ ਲਗਾਉਣਾ ਚਾਹੁੰਦਾ। ਮੈਂ ਕੰਡੀਸ਼ਨ क्या लगाना ਚਾਹੁੰਦਾ ਕਿ ਮੈਂ ਚੈੱਕ ਕਰਨਾ ਚਾਹੁੰਦਾ ਕਿਆ ਜੋ ਇਸ ਸੈੱਲ ਦੇ ਵਿੱਚ ਵੈਲਿਊ ਹੈ ਉਹ 2 ਤੋਂ ਵੱਡੀ ਹੈ, ਤੇ ਜੋ ਇਸ ਸੈੱਲ ਦੇ ਵਿੱਚ ਵੈਲਿਊ ਹੈ ਕਿਆ ਉਹ 7 ਤੋਂ ਵੱਡੀ ਹੈ। ਤਾਂ ਆਪਣਾ ਟਰੂ ਆਉਣਾ ਚਾਹੀਦਾ ਜੀ ਆਨਸਰ। ਇਸ ਸੈੱਲ ਦੇ ਵਿੱਚ 2 ਤੋਂ ਬੜੀ ਵੈਲਿਊ ਚਾਹੀਦੀ ਹੈ, ਇਸ ਦੇ ਵਿੱਚ ਮੈਨੂੰ 7 ਤੋਂ ਬੜੀ ਵੈਲਿਊ ਚਾਹੀਦੀ ਹੈ। ਤਾਂ ਉਹ ਲਗਾਉਣ ਦੇ ਲਈ ਇਕੁਅਲਸ ਟੂ ਐਂਡ ਤੋਂ ਬਾਅਦ ਕੰਡੀਸ਼ਨ ਲਗਾਵਾਂਗੇ ਜੀ। ਜੋ ਇਸ ਸੈੱਲ ਦੇ ਵਿੱਚ ਵੈਲਿਊ ਹੈ ਉਹ ਬੜੀ ਹੋਣੀ ਚਾਹੀਦੀ ਹੈ 2 ਤੋਂ। ਉਸ ਤੋਂ ਬਾਅਦ ਕੋਮਾ, ਜੋ ਇਸ ਸੈੱਲ ਦੇ ਵਿੱਚ D2 ਦੇ ਵਿੱਚ ਵੈਲਿਊ ਹੈ ਉਹ ਬੜੀ ਹੋਣੀ ਚਾਹੀਦੀ ਹੈ 7 ਤੋਂ। ਤੇ ਇਸ ਨੂੰ ਕਰਾਂਗੇ ਕਲੋਜ਼, ਐਂਟਰ ਕਰਾਂਗੇ ਤਾਂ ਟਰੂ ਆਨਸਰ ਆ ਗਿਆ। ਹੁਣ ਦੇਖੋ ਰਾਜੇ, ਇਸ ਦੇ ਵਿੱਚ ਦੋਵੇਂ ਵੈਲਿਊਜ਼ ਦਾ ਟਰੂ ਹੋਣਾ ਲਾਜ਼ਮੀ ਹੈ। ਅਗਰ ਇਸ ਦੇ ਵਿੱਚੋਂ ਕੋਈ ਇੱਕ ਕੰਡੀਸ਼ਨ ਗਲਤ ਹੋਏਗੀ ਤਾਂ ਆਨਸਰ ਵੀ ਆਪਣਾ ਫਾਲਸ ਆਏਗਾ। ਮੰਨ ਲਓ ਇਸ ਦੇ ਵਿੱਚ ਜਿਵੇਂ ਆਪਾਂ ਲਿਖਿਆ ਸੀ ਕਿ ਜੋ ਸੈੱਲ C2 ਹੈ ਇਸ ਦੇ ਵਿੱਚ 2 ਤੋਂ ਬੜੀ ਹੋਣੀ ਚਾਹੀਦੀ ਹੈ। ਜੇ ਮੰਨ ਲਓ ਮੈਂ 1 ਲਿਖਦਾ ਤੇ ਐਂਟਰ ਕਰਾਂ ਤਾਂ ਇਹ ਫਾਲਸ ਆ ਗਈ। ਹਾਲਾਂਕਿ ਇਹ ਕੰਡੀਸ਼ਨ ਸਹੀ ਹੈ ਪਰ ਇੱਕ ਗਲਤ ਹੈ, ਤਾਂ ਵੀ ਇਹ ਫਾਲਸ ਆਨਸਰ ਦੇਗਾ। ਤਾਂ ਐਂਡ ਦੇ ਵਿੱਚ ਦੋਵੇਂ ਕੰਡੀਸ਼ਨ ਸਹੀ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਟਰੂ ਆਏਗਾ, ਅਦਰਵਾਈਜ਼ ਫਾਲਸ ਆਏਗਾ। ਇਸੇ ਤਰੀਕੇ ਨਾਲ ਆਪਾਂ ਨੈਕਸਟ ਫੰਕਸ਼ਨ ਔਰ ਦੇਖ ਲੈਂਦੇ ਹਾਂ। ਸਿਰਫ ਔਰ ਲਿਖਾਂਗੇ। ਹੁਣ ਔਰ ਦਾ ਕੀ ਕੰਮ ਹੈ, ਔਰ ਦੇ ਵਿੱਚ ਵੀ ਸੇਮ ਚੈੱਕ ਕਰੇਗਾ ਕੰਡੀਸ਼ਨਸ
ਪਰ ਔਰ ਦੇ ਵਿੱਚ ਅਗਰ ਇੱਕ ਕੰਡੀਸ਼ਨ ਗਲਤ ਹੈ ਦੂਜੀ ਟਰੂ ਹੈ ਤਾਂ ਵੀ ਟਰੂ ਆਨਸਰ ਦੇਗਾ। ਜਿਵੇਂ ਹੁਣ ਇਸ ਦਾ ਟਰੂ ਆਨਸਰ ਆਏਗਾ। ਤਾਂ ਔਰ ਦੇ ਵਿੱਚ ਜਾਂ ਤਾਂ A ਸਹੀ ਹੋਵੇ ਜਾਂ A ਸਹੀ ਹੋਵੇ, ਐਦਾਂ ਕੰਮ ਕਰਦਾ ਹੈ। ਤਾਂ ਔਰ ਦਾ ਵੀ ਸੇਮ ਫੰਕਸ਼ਨ ਹੈ, ਬਸ ਇਸ ਦੇ ਵਿੱਚ ਲੀਨੀਅੰਸੀ ਹੈ, ਮਤਲਬ ਇੱਕ ਕੰਡੀਸ਼ਨ ਟਰੂ ਹੋ ਜੇ ਤਾਂ ਪੂਰਾ ਆਨਸਰ ਟਰੂ ਰਹੇਗਾ। ਅਗਰ ਇਸ ਦੇ ਵਿੱਚ ਦੋਵੇਂ ਕੰਡੀਸ਼ਨ ਟਰੂ ਹੋਣ ਤਾਂ ਟਰੂ ਰਹੇਗਾ, ਅਦਰਵਾਈਜ਼ ਇੱਕ ਕੰਡੀਸ਼ਨ ਤੇ ਵੀ ਇਹ ਵਰਕ ਕਰੇਗਾ। ਤਾਂ ਇਸ ਤਰੀਕੇ ਨਾਲ ਅਸੀਂ ਔਰ ਯੂਜ਼ ਕਰਦੇ ਹਾਂ। ਔਰ ਤੋਂ ਬਾਅਦ ਆਪਣੇ ਕੋਲ ਫੰਕਸ਼ਨ ਆਉਂਦਾ ਹੈ ਇਫ ਦਾ। ਤਾਂ ਇਫ ਵੀ ਆਪਾਂ ਚੈੱਕ ਕਰ ਲੈਂਦੇ ਹਾਂ। ਜਿਵੇਂ ਮੰਨ ਲਓ ਪੂਰੇ ਮੈਂ ਲਿਖ ਰਿਹਾ 17 ਤੇ ਇਹ ਹੈ ਮੇਰੀ ਏਜ। ਤਾਂ ਇਫ ਫੰਕਸ਼ਨ ਚੈੱਕ ਕਰਦੇ ਹਾਂ। ਮੈਂ ਲਿਖਣਾ ਚਾਹੁੰਦਾ ਇਕੁਅਲਸ ਟੂ ਇਫ ਜੇਕਰ ਮੇਰੀ ਜੋ ਏਜ ਹੈ ਜੋ 17 ਲਿਖਿਆ ਹੋਇਆ ਅਗਰ 18 ਤੋਂ ਬੜੀ ਹੈ ਤਾਂ ਮੈਂ ਸ਼ੋਅ ਕਰਨਾ ਚਾਹੁੰਦਾ ਕਿ ਵੋਟ ਪਾ ਸਕਦਾ, ਅਦਰਵਾਈਜ਼ ਨਹੀਂ ਪਾ ਸਕਦਾ। ਤਾਂ ਉਸ ਦੇ ਲਈ ਮੈਨੂੰ ਕੰਡੀਸ਼ਨ ਬਣਾਉਣੀ ਪਏਗੀ। ਅਗਰ ਜੋ ਮੇਰੀ ਏਜ ਹੈ ਉਹ ਗ੍ਰੇਟਰ ਦੈਨ ਹੈ 18 ਤੋਂ ਤਾਂ ਮੈਂ ਲਿਖਾਂਗਾ ਓਕੇ ਫॉर ਵੋਟ। ਤਾਂ ਐਦਾਂ ਲਿਖਿਆ ਹੋਇਆ ਆਉਣਾ ਚਾਹੀਦਾ ਮੇਰੇ ਕੋਲ। ਐਂਟਰ ਕਰਾਂਗੇ ਤਾਂ ਫॉल्स ਆ ਰਿਹਾ। ਅਗਰ ਮੈਂ ਉਰੇ 19 ਲਿਖਦਾ ਤਾਂ ਓਕੇ ਫॉर ਵੋਟ। ਤਾਂ ਇਫ ਕੰਡੀਸ਼ਨ ਐਦਾਂ ਕੰਮ ਕਰੇਗੀ। ਤਾਂ ਇਹ ਸੀਗੇ ਜੀ 3 ਲੌਜੀਕਲ ਫੰਕਸ਼ਨ ਜਿਹੜੇ ਆਪਾਂ ਹੁਣ ਤੱਕ ਯੂਜ਼ ਕੀਤੇ ਆ। ਉਸ ਤੋਂ ਅਗਲਾ ਲੌਜੀਕਲ ਫੰਕਸ਼ਨ ਦੇਖ ਲੈਂਦੇ ਆ। ਐਂਡ ਹੋ ਗਿਆ, ਇਫ ਹੋ ਗਿਆ, ਔਰ ਹੋ ਗਿਆ ਤੇ ਨੋਟ ਦੇਖਦੇ ਆ। ਜੋ ਨੋਟ ਫੰਕਸ਼ਨ ਹੈ ਕਾਫੀ ਇੰਟਰਸਟਿੰਗ ਹੈ ਜੀ ਤੇ ਉਲਟਾ ਜਿਹਾ ਫੰਕਸ਼ਨ ਹੈ। ਨੋਟ ਫੰਕਸ਼ਨ ਬਿਲਕੁਲ ਓਪੋਜ਼ਿਟ ਕੰਮ ਕਰੇਗਾ। ਜਿਵੇਂ ਮੰਨ ਲਓ ਮੈਂ ਇੱਥੇ ਲਿਖਾਂ ਮੁਸਕਾਨ ਤੇ ਲਗਾਵਾਂ ਨੋਟ ਇਕੁਅਲਸ ਟੂ ਨੋਟ ਜੋ ਇਸ ਦੇ ਵਿੱਚ ਵੈਲਿਊ ਹੈ ਉਹ ਬਰਾਬਰ ਹੋਵੇ ਮੁਸਕਾਨ ਦੇ। ਹੁਣ ਦੇਖੋ ਇਹ ਕੰਡੀਸ਼ਨ ਕਿਆ ਲਗਾਈ ਹੈ ਕਿ C2 ਦੇ ਵਿੱਚ ਜੋ ਵੈਲਿਊ ਹੈ ਉਹ ਮੁਸਕਾਨ ਹੋਣੀ ਚਾਹੀਦੀ ਹੈ। ਕਿਆ ਦੋਵੇਂ ਮੈਚ ਕਰ ਰਹੀਆਂ ਨੇ? ਬਿਲਕੁਲ ਕਰ ਰਹੀਆਂ ਨੇ ਜੀ। ਤਾਂ ਟਰੂ ਆਉਣਾ ਚਾਹੀਦਾ ਮੇਰਾ ਆਨਸਰ, ਬਟ ਉਰੇ ਉਲਟਾ ਦੇਗਾ, ਫਾਲਸ ਦੇਗਾ। ਇਸ ਦੀ ਵਜ੍ਹਾ ਆਹੀ ਹੈ ਕਿ ਜੋ ਨੋਟ ਹੈ ਉਹ ਓਪੋਜ਼ਿਟ ਆਨਸਰ ਦਿੰਦਾ ਹਮੇਸ਼ਾ, ਕੰਡੀਸ਼ਨ ਨੂੰ ਮੈਚ ਨਹੀਂ ਕਰੇਗਾ, ਮਤਲਬ ਬਿਲਕੁਲ ਓਪੋਜ਼ਿਟ ਆਨਸਰ ਦੇਗਾ। ਜਿਵੇਂ ਆਪਾਂ ਲਿਖਿਆ ਕਿ C2 ਦੇ ਵਿੱਚ ਜੋ ਵੈਲਿਊ ਆ ਮੁਸਕਾਨ ਨਾਲ ਮੈਚ ਹੋਣੀ ਚਾਹੀਦੀ ਹੈ। ਤਾਂ ਟਰੂ ਸੀਗਾ ਆਨਸਰ, ਇਹਨੇ ਟਰੂ ਨੂੰ ਉਲਟਾ ਕਰਕੇ ਫਾਲਸ ਦਿੱਤਾ ਆਪਾਂ ਨੂੰ ਆਨਸਰ। ਹੁਣ ਦੇਖੋ ਅਗਰ ਮੈਂ ਇੱਥੇ ਮੁਸਕਾਨ ਦੀ ਥਾਂ ਸੁਨੀਲ ਲਿਖਦਾ ਤਾਂ ਇਹ ਟਰੂ ਆਨਸਰ ਰਹੇਗਾ। ਹੁਣ ਦੇਖੋ ਜੋ ਕੰਡੀਸ਼ਨ ਦੇਖੀ ਹੈ ਤਾਂ ਨੋਟ C2 ਇਕੁਅਲਸ ਟੂ ਮੁਸਕਾਨ, ਕਿ ਮੁਸਕਾਨ ਸੁਨੀਲ ਨਾਲ ਮੈਚ ਹੋ ਰਿਹਾ, ਨਹੀਂ ਹੋ ਰਿਹਾ ਤਾਂ ਫਾਲਸ ਆਏਗਾ ਆਨਸਰ। ਤਾਂ ਫਾਲਸ ਨੂੰ ਇਸਨੇ ਉਲਟਾ ਕਰਕੇ ਟਰੂ ਬਣਾ ਕੇ ਦੱਸਤਾ ਆਪਾਂ ਨੂੰ। ਤਾਂ ਇਸ ਤਰੀਕੇ ਨਾਲ ਇਹ ਨੋਟ ਫੰਕਸ਼ਨ ਵਰਕ ਕਰਦਾ ਹੈ। ਤਾਂ ਉਸ ਤੋਂ ਬਾਅਦ ਬੁੱਕ ਦੇ ਵਿੱਚ ਦੇਖਦੇ ਹਾਂ ਜੀ ਅਗਲਾ ਫੰਕਸ਼ਨ ਕੀ ਹੈ ਆਪਣੇ ਕੋਲ। ਤਾਂ ਐਂਡ ਆਪਾਂ ਕਵਰ ਕਰ ਲਿਆ, ਔਰ ਕਵਰ ਕਰ ਲਿਆ, ਇਫ ਕਵਰ ਕਰ ਲਿਆ। ਇਫ ਐਰਰ ਦੇਖਦੇ ਹਾਂ ਤੇ ਟਰੂ ਫਾਲਸ ਅੱਗੇ ਆਪਾਂ ਨੂੰ ਦਿੱਤੇ ਹੋਏ ਆ। ਟਰੂ ਫਾਲਸ ਵੈਸੇ ਇਫ ਦੇ ਵਿੱਚ ਜਾਂ ਜੋ ਵੀ ਆਪਣੇ ਕੋਲ ਆਨਸਰ ਆ ਰਹੇ ਨੇ ਉਹਨਾਂ ਦੇ ਵਿੱਚ ਕਵਰ ਹੋ ਜਾਂਦੇ ਨੇ, ਤਾਂ ਇਹਨਾਂ ਨੂੰ ਆਪਾਂ ਨਹੀਂ ਕਵਰ ਕਰਾਂਗੇ। ਨੋਟ ਵੀ ਆਪਾਂ ਕਰ ਚੁੱਕੇ ਹਾਂ। ਆਪਾਂ ਇਫ ਐਰਰ ਦੇਖਦੇ ਹਾਂ। ਤਾਂ ਇਫ ਐਰਰ ਜੋ ਫੰਕਸ਼ਨ ਹੈ, ਇਫ ਐਰਰ ਆਪਾਂ ਨੂੰ ਲੌਜੀਕਲ ਮਿਸਟੇਕਸ ਤੋਂ ਬਚਾਉਂਦਾ ਹੈ। ਜਿਵੇਂ ਮੰਨ ਲਓ ਅਗਰ ਮੈਂ ਕੈਲਕੂਲੇਟਰ ਦੇ ਵਿੱਚ ਕੋਸ਼ਿਸ਼ ਕਰਾਂ ਕਿ ਕਿਸੇ ਵੀ ਨੰਬਰ ਨੂੰ ਮੈਂ ਡਿਵਾਈਡ ਕਰਾਂ 0 ਦੇ ਨਾਲ ਤਾਂ ਇਹ ਪੋਸੀਬਲ ਨਹੀਂ ਹੈ, ਆਨਸਰ ਨਹੀਂ ਆਏਗਾ। ਤਾਂ ਐਸੀਆਂ ਗਲਤੀਆਂ ਤੋਂ ਬਚਣ ਦੇ ਲਈ ਹਮੇਸ਼ਾ ਯੂਜ਼ ਕਰਦੇ ਹਾਂ ਆਪਾਂ ਇਫ ਐਰਰ ਫੰਕਸ਼ਨ, ਤਾਂ ਕਿ ਕੋਈ ਮਿਸਟੇਕ ਨਾ ਹੋਵੇ। ਅਗਰ ਇਫ ਐਰਰ ਨਾ ਲਗਾਈਏ ਤਾਂ ਕਈ ਵਾਰੀ ਆਪਣਾ ਕੰਪਿਊਟਰ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਆਪਾਂ ਕਿਸੇ ਵੀ ਚੀਜ਼ ਨੂੰ 0 ਨਾਲ ਨਹੀਂ ਡਿਵਾਈਡ ਕਰ ਸਕਦੇ। ਤਾਂ ਐਸੇ ਹੋਰ ਵੀ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਇਫ ਐਰਰ ਦੇ ਨਾਲ ਕੰਸੀਡਰ ਕਰ ਸਕਦੇ ਹਾਂ। ਜਿਵੇਂ ਮੰਨ ਲਓ ਮੈਂ ਦੋ ਚੀਜ਼ਾਂ ਲਿਖਦਾ, ਜਿਵੇਂ 23 ਤੇ 0। ਹੁਣ ਮੈਂ 23 ਨੂੰ ਡਿਵਾਈਡ ਕਰਾਂ ਅਗਰ 0 ਦੇ ਨਾਲ, ਸਿੰਪਲੀ ਅਗਰ ਡਿਵਾਈਡ ਕਰਨ ਦੀ ਕੋਸ਼ਿਸ਼ ਕਰਾਂ ਇਕੁਅਲਸ ਟੂ ਡਿਵਾਈਡ ਬਾਏ ਦਿਸ, ਤਾਂ ਇਹ ਕੁਛ ਇੱਦਾਂ ਸ਼ੋ ਕਰ ਰਿਹਾ। ਮੈਂ ਚਾਹੁੰਦਾ ਕਿ ਇੱਦਾਂ ਨਾ ਸ਼ੋ ਕਰੇ, ਇਫ ਐਰਰ ਦੇ ਨਾਲ ਮੈਂ ਕੁਛ ਇਸ ਨੂੰ ਬਣਾਉਣਾ ਚਾਹੁੰਦਾ। ਤਾਂ ਜਿਵੇਂ ਮੰਨ ਲਓ ਮੈਂ ਇਫ ਐਰਰ ਲਿਖਦਾ ਉਰੇ, ਤਾਂ ਇਫ ਐਰਰ ਜੇ ਮੈਂ C2 ਨੂੰ D2 ਨਾਲ ਡਿਵਾਈਡ ਕਰਾਂ, ਜੇਕਰ ਮੇਰੀ ਕੋਈ ਵੈਲਿਊ ਦੇ ਵਿੱਚ ਮਿਸਟੇਕ ਹੈ ਤਾਂ ਆਪਾਂ ਸ਼ੋ ਕਰੀਏ ਕਿ ਮਿਸਟੇਕ ਹੋਏਗੀ ਆਪਣੇ ਕੋਲ। ਅਗਰ ਕੋਈ ਲੌਜੀਕਲ ਮਿਸਟੇਕ ਹੁੰਦੀ ਹੈ ਤਾਂ ਇਹ ਸ਼ੋ ਕਰਦੇ ਕਿ ਮਿਸਟੇਕ ਹੈ। ਹੁਣ ਦੇਖੋ ਮਿਸਟੇਕ ਹੈ। ਅਗਰ ਮਿਸਟੇਕ ਨਹੀਂ ਹੁੰਦੀ ਹੈ
ਤਾਂ ਇਹ ਆਨਸਰ ਸ਼ੋ ਕਰ ਦੇਗਾ ਸਿੰਪਲ। ਅਗਰ ਮਿਸਟੇਕ ਹੁੰਦੀ ਹੈ ਤਾਂ ਇਹ ਮਿਸਟੇਕ ਸ਼ੋ ਕਰੇਗਾ। ਤਾਂ ਇਹ ਸੀਗਾ ਜੀ ਇਫ ਐਰਰ ਦਾ ਕੰਮ। ਤਾਂ ਇਸ ਦੇ ਨਾਲ ਹੀ ਆਪਾਂ ਜੋ ਆਪਣੇ ਲੌਜੀਕਲ ਫੰਕਸ਼ਨ ਹੈ ਉਹ ਫਿਨਿਸ਼ ਕਰ ਚੁੱਕੇ ਹਾਂ। ਤੇ ਉਸ ਤੋਂ ਬਾਅਦ ਆਪਾਂ ਲੁੱਕਅਪ ਫੰਕਸ਼ਨ ਦੇਖਾਂਗੇ। ਲੁੱਕਅਪ ਫੰਕਸ਼ਨ ਕਰਨ ਦੇ ਲਈ ਆਪਾਂ ਮੂਵ ਕਰਾਂਗੇ ਬੁੱਕ ਦੇ ਵਿੱਚ ਤੇ ਆਪਾਂ ਚੈੱਕ ਕਰਾਂਗੇ ਕਿ ਕਿਹੜੇ ਆਪਾਂ ਨੂੰ ਲੁੱਕਅਪ ਫੰਕਸ਼ਨ ਦਿੱਤੇ ਹੋਏ। ਤਾਂ ਉਸ ਤੋਂ ਪਹਿਲਾਂ ਲੁੱਕਅਪ ਫੰਕਸ਼ਨ ਦੇ ਲਈ 2-3 ਚੀਜ਼ਾਂ ਮੈਂ ਦੱਸਣਾ ਚਾਹੁੰਦਾ। ਲੁੱਕਅਪ ਫੰਕਸ਼ਨ ਕਾਫੀ ਇੰਟਰਸਟਿੰਗ ਤੇ ਪਾਵਰਫੁਲ ਫੰਕਸ਼ਨ ਹੈ ਜੀ। ਤੇ ਵੀ ਲੁੱਕਅਪ ਚਲਾਉਣ ਦੇ ਲਈ ਵੀ ਲੁੱਕਅਪ ਤੇ ਐਚ ਲੁੱਕਅਪ ਦਾ ਮਤਲਬ ਹੈ ਵਰਟੀਕਲ ਲੁੱਕਅਪ ਤੇ ਹੌਰੀਜ਼ੌਂਟਲ ਲੁੱਕਅਪ। ਤਾਂ ਵੀ ਲੁੱਕਅਪ ਵਰਟੀਕਲੀ ਕੰਮ ਕਰੇਗਾ, ਕੁਝ ਇਸ ਤਰੀਕੇ ਨਾਲ ਕਾਲਮਸ ਦੇ ਉੱਪਰ ਕੰਮ ਕਰੇਗਾ, ਤੇ ਹੌਰੀਜ਼ੌਂਟਲ ਲੁੱਕਅਪ ਰੋਜ਼ ਦੇ ਉੱਪਰ ਕੰਮ ਕਰਦਾ ਹੈ। ਤਾਂ ਵਰਟੀਕਲ ਲੁੱਕਅਪ ਨੂੰ ਚਲਾਉਣ ਦੇ ਲਈ ਸਭ ਤੋਂ ਪਹਿਲਾਂ ਡਾਟਾ ਸੌਰਟ ਹੋਣਾ ਚਾਹੀਦਾ, ਵਾਧੇ ਕ੍ਰਮ ਦੇ ਵਿੱਚ ਹੋਣਾ ਚਾਹੀਦਾ। ਤਾਂ ਇਸ ਫੰਕਸ਼ਨ ਨੂੰ ਵਰਤਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਸੌਰਟਿੰਗ ਕਰਨੀ ਪਏਗੀ। ਤਾਂ ਉਹ ਆਪਾਂ ਬਾਅਦ 'ਚ ਦੇਖਦੇ ਹਾਂ। ਇੱਕ ਵਾਰੀ ਚੈੱਕ ਕਰਾਂਗੇ ਵੀ ਲੁੱਕਅਪ ਤੇ ਐਚ ਲੁੱਕਅਪ ਕਿਵੇਂ ਕੰਮ ਕਰਨਗੇ। ਮੈਂ ਵੀ ਲੁੱਕਅਪ ਸਮਝਾ ਦਿੰਦਾ ਤੇ ਥੋਰਲੀ ਤੁਹਾਨੂੰ ਐਚ ਲੁੱਕਅਪ ਉਸ ਦੇ ਨਾਲ ਹੀ ਦੱਸ ਦਾਂਗਾ। ਤਾਂ ਸ਼ੁਰੂ ਕਰਦੇ ਹਾਂ ਜੀ ਪ੍ਰੈਕਟੀਕਲ ਦੇ ਨਾਲ ਤੇ ਸਮਝਦੇ ਹਾਂ। ਤਾਂ ਪ੍ਰੈਕਟੀਕਲ ਕਰਨ ਦੇ ਲਈ ਫਸਟ ਆਫ ਆਲ ਆਈ ਨੀਡ ਐਨੀ ਡਾਟਾ। ਤਾਂ ਮੈਂ ਕੁਝ ਡਾਟਾ ਐਂਟਰ ਕਰ ਲੈਣਾ, ਨੇਮ ਤੇ ਮਾਰਕਸ। ਉਸ ਤੋਂ ਬਾਅਦ ਮੈਂ ਐਂਟਰ ਕਰ ਲੈਣਾ ਜਿਵੇਂ ਕਲਾਸ। ਹੁਣ ਮੈਂ ਕੁਝ ਨੇਮ ਐਂਟਰ ਕਰ ਲੈਣਾ ਜਿਵੇਂ ਸੁਖਨ। ਤਾਂ ਇਹ ਕੁਝ ਨਾਮ ਐਂਟਰ ਕਰ ਲਏ ਆਪਾਂ। ਉਸ ਤੋਂ ਬਾਅਦ ਇਹਨਾਂ ਦੇ ਕੁਝ ਮਾਰਕਸ ਐਂਟਰ ਕਰ ਲੈਂਦੇ ਹਾਂ ਜਿਵੇਂ ਮੰਨ ਲਓ 34, 35 ਐਂਡ 37। ਇੱਦਾਂ ਕਰਕੇ ਕੁਝ ਆਪਾਂ ਮਾਰਕਸ ਐਂਟਰ ਕਰ ਚੁੱਕੇ ਹਾਂ। ਇਹਨਾਂ ਦੀ ਕਲਾਸ ਆਪਾਂ ਐਂਟਰ ਕਰ ਲੈਂਦੇ ਹਾਂ। ਤਾਂ ਇਹ ਕੁਝ ਕਲਾਸਿਸ ਆ ਗਈਆਂ ਆਪਣੇ ਕੋਲ। ਤਾਂ ਇਹ ਹੋਗਾ ਜੀ ਟਾਈਨੀ ਦਾ ਡਾਟਾ। ਹੁਣ ਦੇਖੋ ਮੈਂ ਚਾਹੁੰਦਾ ਕਿ ਜੋ ਨਾਮ ਮੈਂ ਇੱਥੇ ਐਂਟਰ ਕਰਾਂ ਉਸ ਦਾ ਜੋ ਵੀ ਮੈਂ ਲੱਭਣਾ ਚਾਹੁੰਦਾ ਉਹ ਇੱਥੇ ਮੈਨੂੰ ਸ਼ੋ ਹੋ ਜਾਏ। ਜਿਵੇਂ ਮੰਨ ਲਓ ਮੈਂ ਲੱਭਣਾ ਚਾਹੁੰਦਾ ਕਿ ਜੋ ਵੀ ਨਾਮ ਮੈਂ ਐਂਟਰ ਕਰਾਂ ਇੱਥੇ ਉਸ ਦਾ ਜੋ ਰਿਜ਼ਲਟ ਹੈ ਇੱਥੇ ਸ਼ੋ ਹੋਣਾ ਚਾਹੀਦਾ, ਉਸਦੇ ਮਾਰਕਸ ਇੱਥੇ ਸ਼ੋ ਹੋਣੇ ਚਾਹੀਦੇ ਹਨ। ਤਾਂ ਇਸ ਦੇ ਲਈ ਵਰਟੀਕਲ ਲੁੱਕਅਪ ਕਾਫੀ ਕੰਮ ਆਏਗਾ ਜੀ। ਤਾਂ ਇਹ ਡਾਟਾ ਆਈ ਥਿੰਕ ਆਲਰੇਡੀ ਸੌਰਟਿਡ ਹੈ ਕਿਉਂਕਿ ਮਾਰਕਸ ਲੱਭਣੇ ਆ ਤਾਂ ਮਾਰਕਸ ਆਲਰੇਡੀ ਵਾਧੇ ਕ੍ਰਮ ਦੇ ਵਿੱਚ ਆਪਾਂ ਫਿਰ ਵੀ ਸੌਰਟ ਕਰ ਲੈਂਦੇ ਹਾਂ ਜੀ ਤਾਂ ਕਿ ਕੋਈ ਕਨਫਿਊਜ਼ਨ ਵਗੈਰਾ ਨਾ ਰਹੇ। ਤਾਂ ਇਸ ਦੇ ਲਈ ਮੈਨੂੰ ਜਾਣਾ ਪਏਗਾ ਹੋਮ ਟੈਬ ਐਂਡ ਸੌਰਟ ਐਂਡ ਫਿਲਟਰ। ਤਾਂ ਜੀ ਇਹ ਆਪਣਾ ਡਾਟਾ ਸੌਰਟ ਹੋ ਚੁੱਕਿਆ। ਦੇਖੋ ਮੁਸਕਾਨ ਸਭ ਤੋਂ ਲਾਸਟ ਸੀਗਾ ਤਾਂ ਇਹ ਸਭ ਤੋਂ ਉੱਪਰ ਆ ਗਿਆ। ਡਾਟਾ ਆਪਣਾ ਸੌਰਟ ਕਰ ਚੁੱਕੇ ਹਾਂ ਆਪਾਂ। ਤਾਂ ਇਸ ਤੋਂ ਬਾਅਦ ਆਪਾਂ ਵੀ ਲੁੱਕਅਪ ਲਗਾ ਕੇ ਦੇਖਦੇ ਹਾਂ। ਤਾਂ ਮੈਂ ਲਗਾਉਣਾ ਚਾਹੁੰਦਾ ਇਕੁਅਲਸ ਟੂ ਵੀ ਲੁੱਕਅਪ। ਤਾਂ ਮੈਂ ਫਸਟ ਆਫ ਆਲ ਤੁਹਾਨੂੰ ਸਮਝਾ ਦਾਂ ਸਾਰੀਆਂ ਚੀਜ਼ਾਂ ਵੀ ਲੁੱਕਅਪ ਦੇ ਵਿੱਚ। ਹੁਣ ਦੇਖੋ ਵੀ ਲੁੱਕਅਪ ਦੇ ਵਿੱਚ ਸਭ ਤੋਂ ਪਹਿਲਾਂ ਲੁੱਕਅਪ ਵੈਲਿਊ ਮਤਲਬ ਕਿਹੜੀ ਵੈਲਿਊ ਨੂੰ ਤੁਸੀਂ ਲੱਭਣਾ ਚਾਹੁੰਦੇ ਹੋ। ਤਾਂ ਮੈਂ ਲੱਭਣਾ ਚਾਹੁੰਦਾ ਜੋ ਵੀ ਵੈਲਿਊ ਮੈਂ ਇੱਥੇ ਐਂਟਰ ਕਰਾਂ B8 ਦੇ ਵਿੱਚ ਉਹੀ ਵੈਲਿਊ ਮੈਨੂੰ ਸ਼ੋ ਕਰੇਗਾ। ਉਸ ਤੋਂ ਬਾਅਦ ਆਉਂਦਾ ਮੇਰੇ ਕੋਲ ਦੇਖੋ ਲਿਖਿਆ ਹੋਇਆ ਟੇਬਲ ਐਰੇ, ਕਿਹੜੇ ਟੇਬਲ ਦੇ ਵਿੱਚੋਂ ਤੁਸੀਂ ਲੱਭਣਾ ਚਾਹੁੰਦੇ ਹੋ। ਤਾਂ ਮੈਂ ਇਸ ਟੇਬਲ ਦੇ ਵਿੱਚੋਂ ਲੱਭਣਾ ਚਾਹੁੰਦਾ ਤਾਂ ਮੈंने ਇੰਨਾ ਕੁ ਟੇਬਲ ਸਿਲੈਕਟ ਕਰ ਲਿਆ। ਉਸ ਤੋਂ ਬਾਅਦ ਆਉਂਦਾ ਕਾਲਮ ਇੰਡੈਕਸ, ਕਿਹੜੇ ਕਾਲਮ ਦੇ ਵਿੱਚੋਂ ਲੱਭਣਾ ਚਾਹੁੰਦੇ ਹੋ। ਤਾਂ ਕਾਲਮ ਸ਼ੁਰੂ ਹੁੰਦਾ ਜਿੱਥੋਂ ਟੇਬਲ ਸ਼ੁਰੂ ਹੁੰਦਾ। ਤਾਂ ਕਾਲਮ ਨੰਬਰ 1, ਕਾਲਮ ਨੰਬਰ 2। ਤਾਂ ਦੂਜੇ ਕਾਲਮ ਤੋਂ ਲੱਭਣਾ ਚਾਹੁੰਦਾ ਤਾਂ ਮੈंने 2 ਐਂਟਰ ਕਰਤਾ। ਉਸ ਤੋਂ ਬਾਅਦ ਆਉਂਦਾ ਰੇਂਜ ਲੁੱਕਅਪ, ਕਿਆ ਵੈਲਿਊ ਤੁਸੀਂ ਪੂਰੀ ਮੈਚ ਕਰਾਉਣਾ ਚਾਹੁੰਦੇ ਹੋ ਜਾਂ ਅਪਰੋਕਸੀਮੇਟ ਮੈਚ ਕਰਾਉਣਾ ਚਾਹੁੰਦੇ ਹੋ। ਤਾਂ ਮੈਂ ਪੂਰੀ ਮੈਚ ਕਰਾਉਣਾ ਚਾਹੁੰਦਾ ਤਾਂ ਫਾਲਸ ਲਿਖ ਦਾਂਗਾ, ਐਗਜ਼ੈਕਟ ਮੈਚ ਆ ਗਿਆ। ਉਸ ਤੋਂ ਬਾਅਦ ਇਸ ਨੂੰ ਕਰ ਦਾਂਗਾ ਕਲੋਜ਼ ਤੇ ਉਸ ਤੋਂ ਬਾਅਦ ਕਰਾਂਗੇ ਐਂਟਰ। ਹੁਣ ਉਹਦੇ NA ਲਿਖਿਆ ਆ ਰਿਹਾ, ਮੈਂ ਇਸ ਨੂੰ ਥੋੜਾ ਮਿਨੀਮਾਈਜ਼ ਕਰਦਾ। NA ਲਿਖਿਆ ਆ ਰਿਹਾ। ਹੁਣ ਦੇਖੋ ਮੰਨ ਲਓ ਮੈਂ ਇੱਥੇ ਮੁਸਕਾਨ ਐਂਟਰ ਕਰਦਾ ਤਾਂ ਮੁਸਕਾਨ ਦੇ 28 ਮਾਰਕਸ। ਉਸ ਤੋਂ ਬਾਅਦ ਮੈਂ ਤਾਨੀਆ ਐਂਟਰ ਕਰਦਾ ਤਾਂ 37 ਮਾਰਕਸ। ਤਾਂ ਇੱਦਾਂ ਕਰਕੇ ਤੁਹਾਡਾ ਜੋ ਵੀ ਲੁੱਕਅਪ ਹੈ ਕੁਝ ਵਰਕ ਕਰੇਗਾ। ਹੁਣ ਦੇਖੋ ਅਗਰ ਮੈਂ ਡਾਟਾ ਹਾਈਡ ਕਰਦਾ, ਰਾਈਟ ਕਲਿੱਕ ਐਂਡ ਹਾਈਡ। ਉਸ ਤੋਂ ਬਾਅਦ ਜਿਹੜੇ ਬੱਚੇ ਦੇ ਨੰਬਰ ਮੈਂ ਸ਼ੋ ਕਰਨਾ ਚਾਹੁੰਦਾ ਸਿਰਫ ਉਸੇ ਦੇ ਸ਼ੋ ਹੋਣ। ਜਿਵੇਂ ਰੂਬੀਨਾ ਐਂਟਰ ਕੀਤਾ 35, 32। ਤਾਂ ਇੱਦਾਂ ਕਰਕੇ ਫਾਰਮੂਲਾ ਵਰਕ ਕਰੇਗਾ ਜੀ। ਤੇ ਬਹੁਤ ਹੀ ਇੰਟਰਸਟਿੰਗ ਫਾਰਮੂਲਾ ਹੈ ਜੀ, ਬਹੁਤ ਕੰਮ ਆਉਣ ਵਾਲਾ ਫਾਰਮੂਲਾ, ਮੇਰੇ ਬੜਾ ਕੰਮ ਆਉਂਦਾ ਹੈ ਫਾਰਮੂਲਾ। ਤਾਂ ਉਸ ਤੋਂ ਬਾਅਦ ਆਪਣੇ ਕੋਲ ਸੀਗਾ ਐਚ ਲੁੱਕਅਪ। ਐਚ ਲੁੱਕਅਪ ਦੇ ਲਈ ਕੀ ਕਰਨਾ ਪਏਗਾ, ਜੋ ਆਪਣੇ ਟੇਬਲ
ਦੀ ਫਾਰਮੈਟਿੰਗ ਉਸਨੂੰ ਆਪਾਂ ਚੇਂਜ ਕਰਾਂਗੇ। ਟੇਬਲ ਆਪਣਾ ਹੌਰੀਜ਼ੌਂਟਲੀ ਹੋਣਾ ਚਾਹੀਦਾ ਕੁਛ ਇਸ ਤਰੀਕੇ ਨਾਲ, ਨੇਮ, ਮਾਰਕਸ, ਉਸ ਤੋਂ ਬਾਅਦ ਕਲਾਸ, ਦੈਨ ਉਸ ਤੋਂ ਬਾਅਦ ਨੇਮ ਦੇ ਵਿੱਚ ਆਪਣੇ ਕੋਲ ਨੇਮ ਆਉਣੇ ਚਾਹੀਦੇ ਹੈ। ਜਿਵੇਂ ਮੰਨ ਲਓ ਉਰੇ ਮੈਂ ਲਿਖ ਰਿਹਾ ਇੱਦਾਂ ਕਰਕੇ ਨੇਮ ਆ ਗਏ। ਮਾਰਕਸ ਦੇ ਵਿੱਚ ਆਪਾਂ ਮਾਰਕਸ ਐਂਟਰ ਕਰ ਲੈਂਦੇ ਹਾਂ, ਇੱਦਾਂ ਮਾਰਕਸ ਆ ਗਏ। ਉਸ ਤੋਂ ਬਾਅਦ ਕਲਾਸਿਸ ਆ ਗਈਆਂ। ਤਾਂ ਜੋ ਆਪਣਾ ਐਚ ਲੁੱਕਅਪ ਕੰਮ ਕਰੇਗਾ ਤਾਂ ਉਹ ਕੁਝ ਇਸ ਤਰੀਕੇ ਨਾਲ ਕੰਮ ਕਰੇਗਾ। ਤਾਂ ਐਚ ਲੁੱਕਅਪ ਦੇ ਲਈ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਕਿਵੇਂ ਵਰਕ ਕਰੇਗਾ। ਇਕੁਅਲਸ ਟੂ ਐਚ ਲੁੱਕਅਪ, ਬਾਕੀ ਸਾਰਾ ਸੇਮ ਹੈ। ਲੁੱਕਅਪ ਵੈਲਿਊ ਆਹੀ ਆ ਜਾਏਗੀ। B14 ਦੇ ਵਿੱਚ ਜੋ ਮੈਂ ਐਂਟਰ ਕਰਾਂ ਉਹ ਚੀਜ਼ ਮੈਨੂੰ ਲੱਭ ਕੇ ਦੇਵੇ। ਉਸ ਤੋਂ ਬਾਅਦ ਕਿਹੜਾ ਟੇਬਲ ਹੈ, ਆਹ ਵਾਲਾ ਟੇਬਲ ਹੈ ਜੀ। ਤੇ ਨੈਕਸਟ ਆਉਂਦਾ ਰੋ ਇੰਡੈਕਸ। ਉੱਥੇ ਕਾਲਮ ਇੰਡੈਕਸ ਸੀਗਾ, ਇੱਥੇ ਆਪਣੇ ਕੋਲ ਰੋ ਇੰਡੈਕਸ। ਤਾਂ ਰੋ ਨੰਬਰ 1 2 3 ਤਾਂ ਮੈਂ ਦੂਜੀ ਰੋ ਤੋਂ ਲੱਭਣਾ ਚਾਹੁੰਦਾ ਤਾਂ ਮੈਂ ਐਂਟਰ ਕਰ ਦਾਂਗਾ 2। ਉਸ ਤੋਂ ਬਾਅਦ ਆਉਂਦਾ ਟਰੂ ਜਾਂ ਫਾਲਸ, ਮੈਂ ਫਾਲਸ ਰੱਖਾਂਗਾ। ਟਰੂ ਵੀ ਰੱਖ ਸਕਦੇ ਹੋ, ਫਾਲਸ ਵੀ ਰੱਖ ਸਕਦੇ ਹੋ। ਟਰੂ ਦੇ ਵਿੱਚ ਅਪਰੋਕਸੀਮੇਟ ਮੈਚ ਹੈ ਵੀ ਮੈਚ ਹੋ ਗਿਆ ਨਹੀਂ ਹੋ ਗਿਆ ਆਨਸਰ ਦੇਗਾ। ਫਾਲਸ ਦੇ ਵਿੱਚ ਹੈ ਕਿ ਮੈਚ ਹੋਣਾ ਹੀ ਚਾਹੀਦਾ, ਤਾਂ ਕਰਕੇ ਮੈਂ ਜ਼ਿਆਦਾਤਰ ਫਾਲਸ ਰੱਖਦਾ। ਉਸ ਤੋਂ ਬਾਅਦ ਐਂਟਰ ਦਬਾਂਗੇ। ਨਾਓ ਮੈਂ ਨਾਮ ਐਂਟਰ ਕਰਦਾ, ਉਸਦੇ ਮਾਰਕਸ ਮੈਨੂੰ ਸ਼ੋ ਕਰਨੇ ਚਾਹੀਦੇ ਹਨ। ਜਿਵੇਂ ਤਾਨਿਆ 21, ਉਸ ਤੋਂ ਬਾਅਦ ਮੁਸਕਾਨ 25। ਤਾਂ ਇਹ ਸੀਗਾ ਜੀ ਐਚ ਲੁੱਕਅਪ ਐਂਡ ਵੀ ਲੁੱਕਅਪ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਇੰਟਰਸਟਿੰਗ ਲੱਗੀ ਹੋਏਗੀ ਤੇ ਸਮਝ ਆਇਆ ਹੋਏਗਾ। ਤਾਂ ਕਾਫੀ ਚੀਜ਼ਾਂ ਇਸ ਦੇ ਵਿੱਚੋਂ ਸਿੱਖਣ ਵਾਲੀਆਂ ਨੇ ਜੀ। ਐਚ ਲੁੱਕਅਪ, ਵੀ ਲੁੱਕਅਪ, ਲੌਜੀਕਲ ਫੰਕਸ਼ਨ, ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਯੂਜ਼ ਕਰ ਸਕਦੇ ਹੋ। ਤੇ ਨੈਕਸਟ ਆਪਾਂ ਮੁਲਾਂਕਣ ਦੇਖ ਲੈਂਦੇ ਹਾਂ ਕਿਵੇਂ ਮੁਲਾਂਕਣ ਕਰਨੇ। ਆਪਾਂ ਲੌਜੀਕਲ ਫੰਕਸ਼ਨ ਦੀ ਮਿਸਾਲ ਦੇ ਕੇ ਸਮਝਾਓ, ਆਨਸਰ ਲਿਖੋ ਵੀ ਲੌਜੀਕਲ ਫੰਕਸ਼ਨ ਕਿਆ ਹੁੰਦੇ ਨੇ। ਤਾਂ ਤੁਸੀਂ ਐਂਡ ਔਰ ਨੋਟ ਕੋਈ ਵੀ ਐਗਜ਼ਾਮਪਲ ਲੈ ਕੇ ਸਮਝਾ ਸਕਦੇ ਹੋ ਕਿ ਲੌਜੀਕਲ ਫੰਕਸ਼ਨ ਆਪਾਂ ਨੂੰ ਦੋ ਵੈਲਿਊਜ਼ ਦਿੰਦੇ, ਟਰੂ ਜਾਂ ਫਾਲਸ। ਤੇ ਐਗਜ਼ਾਮਪਲ ਦੇ ਦਿਓ ਕੋਈ ਵੀ ਲੁੱਕਅਪ ਫੰਕਸ਼ਨ ਦੀ ਉਦਾਹਰਨ ਸਹਿਤ ਵਿਆਖਿਆ ਜਾਂ ਵਰਣਨ ਕਰੋ। ਤਾਂ ਵੀ ਲੁੱਕਅਪ ਦਾ ਹੁਣੀ ਜੋ ਟੇਬਲ ਕੀਤਾ ਉਹ ਵੀ ਲਿਖ ਸਕਦੇ ਹੋ ਜਾਂ ਬੁੱਕ ਵਾਲਾ ਲਿਖ ਸਕਦੇ ਹੋ। ਦੈਨ ਸਪਰੈਡਸ਼ੀਟ ਦੇ ਵਿੱਚ ਕਿੰਨੇ ਲੌਜੀਕਲ ਫੰਕਸ਼ਨ ਨੇ? 7 ਲੌਜੀਕਲ ਫੰਕਸ਼ਨ ਦੇ ਨਾਮ ਐਂਡ ਔਰ ਨੋਟ। ਆਪਰੇਟਰ ਦੀਆਂ 3 ਉਦਾਹਰਨਾਂ ਜਿਵੇਂ ਇਕੁਅਲਸ ਟੂ, ਗ੍ਰੇਟਰ ਦੈਨ ਜਾਂ ਲੈਸ ਦੈਨ, ਇੱਦਾਂ ਦੀਆਂ ਉਦਾਹਰਨਾਂ ਲਿਖ ਸਕਦੇ ਹੋ। ਤਾਂ ਇਸ ਦੇ ਨਾਲ ਹੀ ਆਪਣਾ ਇਹ ਸੈਸ਼ਨ ਫਿਨਿਸ਼ ਹੁੰਦਾ ਜੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ ਐਂਡ ਹੈਵ ਅ ਨਾਈਸ ਡੇ। Thank you.